ਅਵਲ ਦੇ ਬਾਰੇ ਨਾਲ ਦੱਸੋ ਕੁਛ। भाई ਭਾਬੀ रबी ਕਹਿ ਰਿਹਾ ਵੀ ਰਬੀਉਲ ਅਵਲ ਨਹੀਂ ਮਨਾਉਣੀ ਚਾਹੀਦੀ। भाई नहीं साडा अकीदा मान अलहमदुलिल्लाह साडा अकीदा वा सुन्नियां दा जिन्हों हलाली मुसलमान कहते हलाली सुन्नी आ असीं अलहमदुलिल्लाह फखर ना कहते हैं कि असीं नबी दी उम्मती हैं। साडे वास्ते कल अज तो 1400 साल पहला भी जिंदा सी, अज 1400 साल बाद भी जिंदा वा। साडा ईमान आ कि असीं जिहड़ी पुकार करिए वो सुनदे पे इस टाइम। और ज़ाहरी तौर से दुनिया तो पर्दा फरमाया उन्होंने, बकाया जिंदा वा। साडा ईमान अलहमदुलिल्लाह अकीदा वा ਅਲਹਮਦੁਲਿल्लाह। ते बकाया जेह्ड़े नहीं मानते वो उन्हों का रौला वा, क्योंकि हर इंसान ने अपना हिसाब आप देना। ਤੁਸੀਂ ਉਹਨਾਂ ਨੂੰ ਕੋਈ ਸਬਕ ਦਿਓ ਨਾ, ਉਹਨਾਂ ਨੂੰ ਕੋਈ ਕੀ ਕਰਨਾ ਚਾਹੀਦਾ। ਉਹਨਾਂ ਨੂੰ ਕਰਨਾ ਚਾਹੀਦਾ ਕਿ ਇਹ ਕਹਿੰਦੇ ਨੇ ਕਿ ਮਿਲਾਦ ਕਹਿੰਦੇ ਆ ਕਿ ਨਬੀ ਪਾਕ ਦੀ ਆਮਦ ਤੇ ਖੁਸ਼ੀ ਮਨਾਉਣਾ, ਠੀਕ ਆ। ਉਹ ਸਹਾਬਾ ਇਕਰਾਮ ਨੇ ਚਲੋ ਜਲੂਸ ਨਹੀਂ ਕੱਢੇ, ਮਿਲਾਦ ਨਹੀਂ ਹੋਇਆ ਨਬੀ ਪਾਕ ਦੇ ਦੌਰ 'ਚ। ਉਸ ਤੋਂ ਬਾਅਦ ਠੀਕ ਹੈ ਸਹਾਬਾ ਨੇ ਆਪਣੇ ਅੰਦਾਜ਼ ਨਾਲ ਖੁਸ਼ੀ ਮਨਾਈ ਆ, ਅਸੀਂ ਆਪਣੇ ਅੰਦਾਜ਼ ਨਾਲ। ਅਸੀਂ ਉਹਨਾਂ ਨੂੰ ਬਰਾਬਰੀ ਤਾਂ ਨਹੀਂ ਕਰ ਸਕਦੇ। ਬਿਲਕੁਲ। ਉਹਨਾਂ ਨੇ ਚਲੋ ਅਸੀਂ ਇੱਦਾਂ ਖੁਸ਼ੀ ਮਨਾ ਲੈਂਦੇ ਹਾਂ ਜੀ, ਨਾਰੇ ਲਾ ਲਏ, ਨਾਤਾਂ ਸ਼ਰੀਫਾਂ ਪਾ ਲਈਆਂ। ਉਹਨਾਂ ਨੇ ਜਾਨਾਂ ਦੇ ਕੇ ਨਬੀ ਦੀ ਨਾਮੂਸ ਸੇ ਪੈਦਾ ਦੇ ਕੇ ਖੁਸ਼ੀ ਯਾਰ ਜੇ ਸਾਨੂੰ ਵੀ ਲੋੜ ਪਈ ਅਸੀਂ ਵੀ ਦੇਵਾਂਗੇ। ਅਲਹਮਦੁਲਿल्लाह ਅਸੀਂ ਇਸਲਾਮ ਦੇ ਮਾਣ ਮਿਟਣ ਲਈ ਅੱਜ ਵੀ ਤਿਆਰ ਹਾਂ, ਕੱਲ੍ਹ ਵੀ ਤਿਆਰ। ਜਿਹੜੇ ਲੋਕ ਅੱਜ ਇੱਕ ਨਵੀਂ ਮਸਲਨ ਕਿ ਇਸ਼ੂ ਚੱਲ ਰਿਹਾ ਵਾ 2-3 ਦਿਨ ਤੋਂ, ਕਿ ਉਹ ਜਿਹੜੇ ਮਸਲਨ ਕਿ ਬਾਣਾ ਵੀਵਲ ਦੇ ਹਵਾਲੇ ਨਾਲ ਕਿ ਉਹ ਗੌਰਮੈਂਟ ਦੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਹਨ, ਪੁਲਿਸ ਵਾਲੇ, ਉਹ ਉਲਮਾ ਕਰਾਮ ਨੂੰ ਗ੍ਰਿਫਤਾਰ ਕਰੀ ਜਾਂਦੇ ਆ। ਉਹਦੀ ਵਜ੍ਹਾ ਹੈ ਕਿ 12 ਰਬੀਉਲ ਨੂੰ ਨਾ ਬਣਾਇਆ ਜਾਵੇ। ਅਗਰ 25 ਦਸੰਬਰ ਨੂੰ ਹਜ਼ਰਤ ਈਸਾ ਦੀ ਪੈਦਾਇਸ਼ ਨੂੰ ਬੜੀ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਜਾਂਦਾ ਕਿ ਦਿਨ ਮਨਾਇਆ ਜਾਂਦਾ ਵਾ, ਹੁਕਮਰਾਨ ਵੀ ਸੈਲੀਬ੍ਰੇਟ ਕਰਦੇ ਆ, ਠੀਕ ਆ, ਮਨਾਉਂਦੇ ਆ। ਉਸ ਤੋਂ ਬਾਅਦ ਇਹ ਤਾਂ ਨਬੀ ਆਖਰ ਜ਼ਮਾਨ ਆ, ਇਹ ਮੁਸਲਮਾਨਾਂ ਦਾ ਨਬੀ ਆ, ਉਹ ਵੀ ਸਾਡੇ ਵਾਸਤੇ ਕਾਬਿਲ ਇਹਤਰਾਮ ਆ। ਬਕਾਇਆ ਇਹ ਆਖਰੀ ਨਬੀ ਆ, ਇਹ ਵੀ ਖੁਸ਼ੀ ਮਨਾਉਣੀ ਚਾਹੀਦੀ। ਇਹਦੇ ਵਾਸਤੇ ਕਿਉਂ ਨਹੀਂ ਉਹ ਕਰਦੇ ਹੈਗੇ? ਇਹਦੇ ਵਾਸਤੇ ਗ੍ਰਿਫਤਾਰੀਆਂ ਸ਼ੁਰੂ ਹੋ ਜਾਂਦੀਆਂ। ਅੱਜ ਤੋਂ ਤਕਰੀਬਨ 10 ਤੋਂ 15 ਉਲਮਾ ਤਕਰੀਬਨ ਕੱਲ੍ਹ ਦੇ ਵਿੱਚ ਹੋ ਗਿਆ ਗ੍ਰਿਫਤਾਰ। ਅਗਰ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਮੁਸਲਮਾਨ ਕਿੱਧਰ ਨੂੰ ਜਾ ਰਹੇ ਆ। ਹੁਕਮਰਾਨਾਂ ਨੂੰ ਕੀ ਕਰਨਾ ਚਾਹੀਦਾ ਹੈ? ਇਹਦਾ ਮਤਲਬ ਇਹ ਹੈ ਕਿ ਗੈਰ ਮੁਸਲਿਮ ਨੂੰ ਤਰਜੀਹ ਦਿੰਦੇ, ਮੁਸਲਮਾਨਾਂ ਨੂੰ ਤਰਜੀਹ ਨਹੀਂ ਦਿੰਦੇ ਹੈਗੇ। ਹਾਂਜੀ, ਇੱਥੋਂ ਹੀ ਸਾਬਤ ਹੋ ਰਿਹਾ ਨਾ। ਇਹ ਹੋ ਰਿਹਾ। ਤਾਂ ਅਲਹਮਦੁਲਿल्लाह ਜਿਵੇਂ ਅੱਗੇ ਜਸ਼ਨ ਮਨਾਉਣਾ ਚਾਹੀਦਾ, ਅਲਹਮਦੁਲਿल्लाह ਅੱਜ ਵੀ ਜਸ਼ਨ ਮਨਾਉਣਾ ਚਾਹੀਦਾ। ਜਸ਼ਨ ਹੋਣਾ ਚਾਹੀਦਾ, ਗੱਜ ਬਾਜੀ ਹੋਣਾ ਚਾਹੀਦਾ। ਬਕਾਇਆ ਜ਼ਿੰਦਗੀ ਮੌਤ ਅੱਲਾ ਦੇ ਹੱਕ ਜਾ, ਕਿਸੇ ਤੋਂ ਡਰਨਾ ਨਹੀਂ ਚਾਹੀਦਾ। ਕੇਕ ਵਗੈਰਾ ਜਿਹੜੇ ਕੱਟਦੇ ਆ ਇਹਨਾਂ ਦਾ ਕੀ ਤੁਹਾਡਾ? ਇਹ ਮੇਰੇ ਹਿਸਾਬ ਨਾਲ ਪਤਾ ਨਹੀਂ ਹੈ, ਮੇਰੇ ਹਿਸਾਬ ਨਾਲ ਗੱਲ ਗਲਤ ਆ। ਕਿਉਂਕਿ ਅਸੀਂ ਹਰ ਚੀਜ਼ ਨੂੰ ਨਾ ਆਪਣੀ ਇਹ ਕੰਮ ਕੇਕ ਕੱਟਣਾ ਹਿੰਦੂਆਂ ਦਾ ਕੰਮ, ਸਾਲਗਿਰਾ ਵਗੈਰਾ ਹੋ ਗਈ, ਠੀਕ ਆ। ਵੈਸੇ ਖੁਸ਼ੀ ਮਨਾਓ, ਨਾਤਾਂ ਪੜੋ, ਲੰਗਰ ਤਕਸੀਮ ਕਰੋ, ਇਸਲਾਮ ਪੜੋ, ਨਮਾਜ਼ਾਂ ਪੜੋ। ਨਮਾਜ਼ ਅਸੀਂ ਪੜ੍ਹਦੇ ਹਾਂ, ਦਰੂਦ ਸਲਾਮ ਪੜ੍ਹਦੇ, ਕੇਕ ਕੱਟਣ ਦਾ ਫਾਇਦਾ। ਲੰਗਰ ਤਕਸੀਮ ਕਰੋ, ਨਬੀ ਦੇ ਰਾਹ 'ਚ, ਅੱਲਾ ਦੇ ਰਾਹ 'ਚ। ਪੈਸਾ ਤੁਸੀਂ ਨਾ ਵੀ ਖਰਚ ਕਰੋ, ਵੈਸੇ ਤੁਸੀਂ ਦਰੂਦ ਸਲਾਮ ਪੜ੍ਹ ਲਓ, ਨਾਤ ਸ਼ਰੀਫ ਪੜ੍ਹ ਲਓ, ਆਪਣੀ ਖੁਸ਼ੀ ਕਰ ਲਓ, ਪੈਸਾ ਨਾ ਖਰਚ ਕਰੋ। ਪੈਸਾ ਜ਼ਰੂਰੀ ਹੈ। ਚਲੋ ਇਹ ਤਾਂ ਚਲੋ ਮੰਨਦੇ ਕਿ ਪੈਸਾ ਕਿੱਥੇ ਲਿਖਾ ਕਿ ਪੈਸਾ ਖਰਚ ਕਰਨਾ ਜ਼ਰੂਰੀ ਹੈ। ਪੈਸਾ ਜ਼ਰੂਰੀ ਨਹੀਂ ਹੈਗਾ, ਇਨਸਾਨ ਦੇ ਦਿਲ 'ਤੇ ਬੰਦ ਕਰਦਾ ਕਿ ਇਨਸਾਨ ਦਿਲੋਂ ਕਰ ਰਿਹਾ ਕਿ ਦਿਖਾਵੇ ਵਾਸਤੇ ਕਰ ਰਿਹਾ, ਠੀਕ ਆ। ਅੱਜ ਅਸੀਂ ਝੰਡੇ ਵਗੈਰਾ ਲਾਉਣਾ, ਝੰਡੀਆਂ ਲਾਉਣਾ, ਲਾਈਟਾਂ ਸ਼ਾਈਟਾਂ, ਝੰਡੇ ਹਦੀਸ ਤੋਂ ਵੀ ਸਾਬਤ ਆ, ਉਲਮਾ ਕਰਾਮ ਤੋਂ ਵੀ ਸੁਣਿਆ, ਮੁਫਤੀਆ ਕਰਾਮ ਤੋਂ ਵੀ ਸੁਣਿਆ ਵਾ ਕਿ ਜਿਹੜਾ ਨਬੀ ਪਾਕ ਦੀ ਵਿਲਾਦਤ ਹੋਈ ਸੀ ਨਾ, ਬਕਾਇਆ ਉਹ ਸਾਡੇ ਤੋਂ ਉਲਮਾ ਕਰਾਮ ਬਹੁਤ ਅੱਗੇ, ਉਹ ਇਲਮ ਜ਼ਿਆਦਾ ਰੱਖਣ ਵਾਲੇ ਆ। ਉਹਨਾਂ ਦੇ ਮੁਤਾਬਕ ਉਹਨਾਂ ਨੇ ਕਿਹਾ ਵਾ ਕਿ ਜਦੋਂ ਨਬੀ ਪਾਕ ਦੀ ਵਿਲਾਦਤ ਹੋਈ ਸੀ ਨਾ, ਤੇ ਅੱਜ ਤੇ ਫਰਿਸ਼ਤੇ ਝੰਡੇ ਲੈ ਕੇ ਆਏ ਸੀ 4। ਇੱਕ ਝੰਡਾ ਮਗਰਬ ਸਾਈਡ ਲਾਇਆ ਸੀ, ਇੱਕ ਮਸ਼ਰਕ, ਸ਼ਮਾਲ, ਇੱਕ ਜਨੂਬ ਲਾਇਆ ਸੀ, ਕਿਉਂਕਿ ਉਹ ਵੀ ਜਲੂਸ ਦੀ ਸ਼ਕਲ ਵਿੱਚ ਆਏ ਸੀ ਫਰਿਸ਼ਤੇ। ਬਿਲਕੁਲ। ਦਰੂਦ ਸਲਾਮ ਪੜ੍ਹਦੇ ਹੋਏ ਅੱਜ ਵੀ ਅਸੀਂ ਇੱਦਾਂ ਜਾਂਦੇ, ਦਰੂਦ ਸਲਾਮ ਪੜ੍ਹਦੇ ਜਾਂਦੇ ਨਬੀ ਪਾਕ ਦੇ ਗਲੀਆਂ ਵਿੱਚ, ਮਤਲਬ ਕਿ ਕਰਦੇ ਆ, ਫਿਰਦੇ ਆ, ਦਰੂਦ ਸਲਾਮ ਪੜ੍ਹਦੇ, ਨਬੀ ਪਾਕ ਦੇ ਨਾਅਰੇ ਲਾਉਂਦੇ ਆ। ਕਹਾ ਜ਼ਰੂਰੀ ਹੈ ਕਿ ਜਿਹੜਾ ਇੱਕ ਹੋਰ ਇਸ਼ੂ ਚੱਲ ਰਿਹਾ ਵਾ, ਗੌਰਮੈਂਟ ਨੇ 295 ਸੀ ਰੈਡ ਜ਼ੋਨ ਆ ਜਿਹੜਾ ਨਬੀ ਪਾਕ ਦੇ ਨਮੂਜ਼ ਦੇ ਤਹਫ਼ੁਜ਼ ਵਾਸਤੇ ਕਾਨੂੰਨ ਜ਼ਿਆ ਉਲ ਹੱਕ ਦੇ ਦੌਰ ਦੇ ਵਿੱਚ ਬਣਿਆ ਸੀ, ਉਹਨੂੰ ਚੇਂਜ ਕੀਤਾ ਜਾ ਰਿਹਾ ਵਾ। ਉਹਦੇ ਵਿੱਚ ਗੁਸਤਾਖਾਂ ਨੂੰ ਰਿਲੀਫ ਦਿੱਤਾ ਜਾ ਰਿਹਾ ਵਾ। ਹਾਲਾਂਕਿ ਗੁਸਤਾਖਾਂ ਨੂੰ ਰਿਲੀਫ ਨਹੀਂ ਮਿਲਣਾ। ਇਸਲਾਮਾਬਾਦ ਦੇ ਵਿੱਚ ਗੁਸਤਾਖੀ ਹੋਈ ਇੱਕ ਕੁੜੀ ਨੇ ਕੀਤੀ ਸਾਂਝਾ, ਉਸ ਵਾਸਤੇ ਤਾਂ ਰਿਲੀਫ ਹੋ ਰਿਹਾ ਨਾ। ਗੈਰ ਮੁਸਲਮਾਨ ਨੂੰ ਤਰਜੀਹ ਦਿੱਤੀ ਜਾਂਦੀ ਜ਼ਿਆਦਾ। ਮੁਸਲਮਾਨ ਕਦੋਂ ਕਮਜ਼ੋਰ ਆ? ਜਦੋਂ ਸਾਡੇ ਉੱਤੇ ਹੁਕਮਰਾਨ ਬੈਠੇ ਸਾਨੂੰ ਕਮਜ਼ੋਰ ਬਣਾਈ ਜਾ ਰਹੇ ਆ। ਮੁਸਲਮਾਨ ਗੈਰ ਮੁਸਲਮਾਨ ਤਹਫ਼ੁਜ਼ ਦਿੰਦੇ ਆ, ਮੁਸਲਮਾਨ ਤਾਂ ਵੀ ਕਮਜ਼ੋਰ ਹੋਣੇ ਆ। ਬਕਾਇਆ ਸਹਾਬਾ ਕਿਰਾਮ ਨੇ ਵੀ, ਚਾਹੇ ਹਜ਼ਰਤ ਅਬੂ ਬਕਰ ਵੀ ਕਿੱਡੀ ਵੱਡੀ ਹਸਤੀ ਆ। ਹਜ਼ਰਤ ਉਮਰ, ਇੱਕ ਹਦੀਸ ਹੈ ਤੁਸੀਂ ਸੁਣੀ ਹੋਵੇ ਕਿ ਇੱਕ ਹਿੰਦੂ ਅਤੇ ਮੁਸਲਮਾਨ ਦਾ ਰੌਲਾ ਬਣ ਗਿਆ ਕਿਸੇ ਚੀਜ਼ ਤੋਂ, ਗੈਰ ਮੁਸਲਿਮ ਸੀ। ਉਹਨਾਂ ਨੇ ਕਿਹਾ ਕਿ ਚਲੋ
ਗੈਰ ਮੁਸਲਮਾਨ ਬੰਦੇ ਨਾਲ ਉਹਨੇ ਕਿਹਾ ਕਿ ਚਲੋ ਤੁਹਾਡੇ ਨਬੀ ਦੇ ਕੋਲੇ ਚੱਲ ਜਾਂਦੇ, ਉਹ ਜਿਵੇਂ ਕਹਿਣਗੇ ਮੇਰੇ ਹੱਕ 'ਚ ਫੈਸਲਾ ਗਿਆ ਤਾਂ ਸਹੀ, ਤੇਰੇ ਹੱਕ 'ਚ ਫੈਸਲਾ ਤਾਂ ਮੈਂ ਮੰਨ ਲੂੰਗਾ। ਨਬੀ ਪਾਕ ਦੀ ਅਦਾਲਤ ਦੇ ਵਿੱਚ ਆ ਗਿਆ ਫੈਸਲਾ, ਉਹ ਫੈਸਲਾ ਨਬੀ ਪਾਕ ਨੇ ਇਨਸਾਫ ਕੀਤਾ, ਉਹ ਫੈਸਲਾ ਚਲਾ ਗਿਆ ਗੈਰ ਮੁਸਲਿਮ ਦੇ ਹੱਕ ਦੇ ਵਿੱਚ। ਉਹ ਉੱਥੋਂ ਤੁਰਿਆ, ਉਹਨੇ ਵੀ ਹਜ਼ਰਤ ਉਮਰ ਦੀ ਦਰਵਾਜ਼ੇ 'ਤੇ ਆ ਗਿਆ, ਆ ਕੇ ਦਰਵਾਜ਼ਾ ਖੜਕਾਇਆ। ਉਹਨੇ ਕਿਹਾ ਅਮੀਰੁਲ ਮੋਮਿਨੀਨ ਕਿ ਨਬੀ ਪਾਕ ਨੇ ਇਹਦੇ ਹੱਕ 'ਚ ਫੈਸਲਾ ਕਰਤਾ, ਗੈਰ ਮੁਸਲਿਮ ਦੇ ਹੱਕ 'ਚ ਫੈਸਲਾ, ਤੁਸੀਂ ਫੈਸਲਾ ਕਰੋ। ਹਜ਼ਰਤ ਉਮਰ ਪਾਕ ਕਹਿੰਦੇ ਚੱਲ ਰੁਕ ਮੈਂ ਆਉਂਦਾ ਵਾ। ਉਹਨਾਂ ਨੇ ਤਲਵਾਰ ਚੱਕੀ, ਉਹਦਾ ਸਿਰ ਲਾ ਦਿੱਤਾ। ਉਹਨੇ ਕਿਹਾ ਤੂੰ ਜਿਹੜਾ ਨਬੀ ਦੇ ਫੈਸਲੇ ਨਹੀਂ ਮੰਨਿਆ, ਮੈਂ ਕੌਣ, ਨਬੀ ਪਾਕ ਦੇ ਹੁੰਦਾ ਮੈਂ ਕੌਣ ਹੁੰਦਾ ਫੈਸਲਾ ਕਰਨ ਵਾਲਾ। ਇਹਦਾ ਬਾਰੇ ਕਿ ਗੁਸਤਾਖੀਆਂ ਨੂੰ ਰੋਕਿਆ ਜਾਵੇ, ਕਿਉਂਕਿ ਨਬੀ ਪਾਕ ਦੇ, ਹਾਲਾਂਕਿ ਗੈਰ ਮੁਸਲਿਮ ਨੂੰ ਤਰਜੀਹ ਕਾਹਤੋਂ ਮਿਲੀ, ਕਿਉਂਕਿ ਸਹੂਲਤਕਾਰ ਉਹਨਾਂ ਦੇ ਬੈਠੇ ਉੱਤੇ, ਬਿਲਕੁਲ ਉਹ ਪੈਸਾ ਦਿੰਦੇ ਨਾ, ਪੈਸਾ ਦਿੰਦੇ ਆ। ਅਗਰ ਕੋਈ ਆਵਾਜ਼ ਉਠਾਉਂਦਾ ਵਾ ਉਹਨੂੰ ਦਸਤੀ ਗ੍ਰਿਫਤਾਰ ਜਾਂ ਉਹਨੂੰ ਫੈਰ, ਬਸ ਆਹ ਦੋ ਕੰਮ ਹੁੰਦੇ ਆ। ਆਪਣੀ ਮੌਜੂਦਾ ਹਕੂਮਤ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਉਹ ਵੀ ਅਗਰ ਕਹਿੰਦੇ ਨੇ ਕਿ ਅਸੀਂ ਮੁਸਲਮਾਨ, ਉਹ ਕਹਿੰਦੇ ਕਿ ਅਸੀਂ ਨਬੀ ਦੀ ਉਮਤੀ, ਅਗਰ ਆਪਣੇ ਆਪ ਨੂੰ ਉਹ ਸਮਝਦੇ ਆ, ਫਿਰ ਉਹਨਾਂ ਵਾਸਤੇ ਗੱਲ ਗਲਤ ਹੈ ਜਿਹੜਾ ਕੰਮ ਕਰਨ ਜਾ ਰਹੇ ਆ ਉਹ। ਨਹੀਂ, ਤੁਸੀਂ ਆਪਣੀ ਮੌਜੂਦਾ ਹਕੂਮਤ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਕੀ ਸਬਕ ਦੇਣਾ ਚਾਹੁੰਦੇ ਹੋ? ਕੀ ਉਹਨਾਂ ਨੂੰ ਕੋਈ ਦੱਸੋ। ਉਹਨਾਂ ਨੂੰ ਇਹ ਵਾ ਕਿ ਬਸ ਖਾਸ ਕਰਕੇ ਅਸੀਂ ਇਹ ਨਹੀਂ ਚਾਹੁੰਦੇ, ਅਸੀਂ ਇਹ ਨਹੀਂ ਉਹਨਾਂ ਦੇ ਖਿਲਾਫ ਬੋਲਦੇ, ਠੀਕ ਆ, ਅਸੀਂ ਉਹਨਾਂ ਦੇ ਨਾਲ ਖੜੇ, ਪਰ ਇਨਸਾਫ ਕਰਨ ਪਾਕਿਸਤਾਨ ਦੇ ਵਿੱਚ, ਇਸਲਾਮ ਤੇ ਚੱਲਣ, ਇਸਲਾਮ ਨੂੰ ਅੰਦਰ ਫੈਲਾਇਆ ਜਾਵੇ, ਇਸਲਾਮ ਨੂੰ ਫੈਲਾਇਆ ਜਾਵੇ। ਚਾਹੇ ਉਹ ਇਮਰਾਨ ਖਾਨ ਆ, ਚਾਹੇ ਉਹ ਸ਼ਬਾਜ਼ ਸ਼ਰੀਫ ਆ, ਚਾਹੇ ਉਹ ਸਰਦਾਰੀ ਆ, ਚਾਹੇ ਉਹ ਸਾਦ ਰਿਜ਼ਵੀ ਆ, ਚਾਹੇ ਜਿਹੜਾ ਮਰਜ਼ੀ ਆ, ਅਸੀਂ ਉਸ ਬੰਦੇ ਇਸਲਾਮ ਨੂੰ ਅਹਿਮੀਅਤ ਦਿੱਤੀ ਜਾਵੇ। ਜਿਹੜਾ ਬੰਦਾ ਇਸਲਾਮ ਨੂੰ ਅਹਿਮੀਅਤ ਦੇਵੇਗਾ, ਅਸੀਂ ਉਹਦੇ ਨਾਲ ਖੜੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਸਾਦ ਰਿਜ਼ਵੀ ਦੇ ਨਾਲ ਖੜੇ ਹਾਂ। ਅਗਰ ਸਾਦ ਰਿਜ਼ਵੀ ਜਿੱਥੇ ਗਲਤ ਹੋਵੇਗਾ, ਅਸੀਂ ਸਾਦ ਰਿਜ਼ਵੀ ਨੂੰ ਗਲਤ ਕਵਾਂਗੇ। ਉੱਥੇ ਜਿੱਥੋਂ ਨੇ ਇਸਲਾਮ ਦਾ ਸਾਥ ਛੱਡਿਆ, ਅਸੀਂ ਉੱਥੋਂ ਦੀ ਜਿੱਥੇ ਉਹ 2 ਕਦਮ ਪਿੱਛੇ ਹਟੇਗਾ, ਅਸੀਂ 10 ਕਦਮ ਪਿੱਛੇ ਹਟਾਂਗੇ। ਇਹ ਜਿਹੜੇ ਨਵਾਜ਼ ਸ਼ਰੀਫ ਹੁਣੀ ਤਾਂ ਸੁਣਿਆ ਵਾ ਵੀ ਕਹਿੰਦੇ ਮਰਜ਼ਈਆਂ ਦੇ ਹੀ ਉਹਨਾਂ ਦੇ ਇਹ ਸਾਥ ਜ਼ਿਆਦਾ ਦਿੰਦੇ। ਸਾਰੀ ਗੱਲ ਹੈ ਤਾਂ ਸਾਬਤ ਹੈ, ਆਵਾਮ ਨੇ ਤਾਂ ਇਹ ਸਮਝਣਾ ਜਦੋਂ ਹਰ ਸਹੂਲਤ ਹੀ ਗੈਰ ਮੁਸਲਿਮ ਨੂੰ ਮਿਲਣੀ ਆ। ਐਸਮ ਸਾਡੀ ਹਰ ਵੱਡੀ ਪੋਸਟ 'ਤੇ ਤਾਂ ਗੈਰ ਮੁਸਲਿਮ ਬੈਠਾ ਵਾ, ਮਰਜ਼ਈ ਕਾਦੀਆਨੀ ਬੈਠਾ ਵਾ, ਤੇ ਉਹਨਾਂ ਨੂੰ ਹਟਾ ਗਿਆ। ਹਾਲਾਂਕਿ ਮੁਸਲਮਾਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਹੁਣ ਤੁਸੀਂ ਯਮਨ ਅੰਦਰ ਲਾ ਲਓ, ਯਮਨ ਦੇ ਅੰਦਰ ਯਮਨ ਇੱਕ ਕਿੱਡਾ ਕੁ ਮੁਲਕ ਆ ਯਾਰ। ਇਹਦੇ ਨਾਲੋਂ ਜਿਹੜਾ ਦੂਸਰਾ ਮੁਲਕ ਆ ਸ਼ਾਮ, ਉਹ ਹੈ ਵੇਖ ਲਓ ਸ਼ੀਆਂ ਦਾ ਵਾ, ਉਹ ਬਲ ਇਹਨਾਂ ਜਿਹੜੇ ਪਾਕਿਸਤਾਨ ਦੇ ਮੁਸਲਮਾਨ ਇਹਨਾਂ ਨਾਲੋਂ ਬਿਹਤਰ ਆ। ਈਰਾਨ ਦੇ ਵਿੱਚ ਲਾ ਲਓ, ਈਰਾਨ ਨੂੰ ਲਾ ਲਓ, ਉਹਨਾਂ ਨੇ ਇਸਰਾਈਲ ਨੂੰ ਮੂੰਹ ਤੋੜ ਜਵਾਬ ਦਿੱਤਾ ਕਿ ਨਹੀਂ ਦਿੱਤਾ? ਅਮਰੀਕਾ ਦੀ ਸੁਪਰ ਪਾਵਰ ਨੂੰ ਜਵਾਬ ਦਿੱਤਾ ਕਿ ਨਹੀਂ ਦਿੱਤਾ? ਤੇ ਸਾਡੇ ਪਾਕਿਸਤਾਨ ਹਾਲਾਂਕਿ ਇੱਕ ਐਟਮੀ ਮੁਲਕ ਆ, ਇਸਲਾਮੀ ਮੁਲਕ ਦਾ ਇੱਕ ਸਭ ਤੋਂ ਵੱਡਾ ਐਟਮੀ ਮੁਲਕ ਆ। ਹਰ ਚੀਜ਼ ਮੌਜੂਦ ਆ ਪਾਕਿਸਤਾਨ ਦੇ ਕੋਲੇ, ਅਗਰ ਇਸਤੇਮਾਲ ਕਰਨਾ ਚਾਹੋ ਤਾਂ। ਯਾਰ ਤੁਸੀਂ ਕਾਫਰਾਂ ਨੂੰ ਕੀ ਜਵਾਬ ਦੇਣਾ ਚਾਹੋਗੇ? ਕਾਫਰਾਂ ਨੂੰ ਇੱਕ ਦੋ ਤਾਂ ਫਿਰ ਆਪਾਂ ਐਂਡ ਕਰੀਏ ਵੀਡੀਓ ਦਾ। ਕਾਫਰਾਂ ਦੇ ਖਿਲਾਫ ਅਸੀਂ ਅੱਜ ਵੀ ਖੜਿਆ, ਚਾਹੇ ਸਾਨੂੰ ਇਕੱਲਾ ਖੜਾ ਹੋਣਾ ਚਾਹੀਦਾ। ਇਨਸ਼ਾਅੱਲਾ ਮੌਤਬਾਰ ਹੱਕ ਵਾ, ਜੰਗ ਲੱਗੇਗੀ, ਅਸੀਂ ਜੰਗ ਦੇ ਵਿੱਚ ਜਾਵਾਂਗੇ। ਜੰਗ ਦੇ ਵਿੱਚ ਪੂਰਾ ਜਿਵੇਂ ਫਲਸਤੀਨ ਇਸਰਾਈਲ ਦੇ ਖਿਲਾਫ ਨਿਕਲੇ ਸੀ ਨਾ, ਇਨਸ਼ਾਅੱਲਾ ਅਸੀਂ ਅੱਜ ਵੀ ਨਿਕਲਣ ਨੂੰ ਤਿਆਰ ਹਾਂ। ਬਿਲਕੁਲ। ਪਰ ਬਕਾਇਆ ਆ ਜਾ ਕੇ ਗੱਲ ਮੁੱਕਦੀ ਗੌਰਮੈਂਟ ਦੇ ਉੱਤੇ, ਜਿਹੜੇ ਸਹੂਲਤਕਾਰ ਉੱਤੇ ਸਾਡੇ ਬੈਠੇ ਆ, ਹੁਕਮਰਾਨ ਸਾਡੇ ਮੁਸਲਿਮ ਜਿਹੜੇ ਸਾਡੀ ਫੌਜ ਜਿਹੜੀ ਉਹ ਇਹਨਾਂ ਨੂੰ ਵੱਡੀ ਫੌਜ ਤੇ ਡਿਪੈਂਡ ਕਰਦਾ ਵਾ, ਹੁਕਮਰਾਨਾਂ ਤੇ ਡਿਪੈਂਡ ਕਰਦਾ। ਹਾਲਾਂਕਿ ਵਾਕਿਆ ਮਰੀਜ਼ ਵੇਖ ਲਓ, ਉਹਨਾਂ ਦੀ ਗਲਤੀ ਕੋਈ ਨਹੀਂ ਸੀ ਉੱਥੇ, ਉਹਨਾਂ ਨੇ ਆਵਾਜ਼ ਇਸਰਾਈਲ ਦੇ ਖਿਲਾਫ ਚੱਕੀ ਸੀ। 700 ਬੰਦਾ ਸ਼ਹੀਦ ਹੋਇਆ ਪਾਕਿਸਤਾਨ ਦੇ ਵਿੱਚ, ਇੱਥੋਂ ਕੀ ਸਾਬਤ ਹੁੰਦਾ ਪਿਆ ਤੁਸੀਂ ਆਪੇ ਸਮਝ ਲਓ। ਬਿਲਕੁਲ। ਤਾਂ 9 ਮਈ ਵਾਲਾ ਵਾਕਿਆ ਵੀ ਫੌਜ ਨੇ ਆਪ ਕਰਵਾਇਆ। 9 ਮਈ ਵਾਲਾ ਵਾਕਿਆ ਵੀ ਦੇਖ ਲਓ। ਚਲੋ ਠੀਕ ਹੈ, ਜਿਹੜਾ ਬੰਦਾ ਹੱਕ ਬੋਲਦਾ ਪਾਕਿਸਤਾਨ ਦੇ ਵਿੱਚ ਹੱਕ ਬੋਲਦੇ ਨਹੀਂ ਦਿੰਦੇ। ਬਕਾਇਆ ਇਹ ਨਹੀਂ ਕਿ ਫੌਜ ਨੂੰ ਵੀ ਚਾਹੀਦਾ ਵਾ ਇਨਸਾਫ ਕਰੇ, ਨਹੀਂ ਤਾਂ ਫਿਰ ਜਦੋਂ ਆਵਾਮ ਨੇ ਇਨਸਾਫ ਕਰਨਾ ਵਾ ਫਿਰ ਹਰ ਸ਼ੈ ਤਬਾਹ ਹੋ ਜਾਣੀ। ਅਗਰ ਕੋਈ ਮਜ਼ਲੂਮ ਦੇ ਨਾ, ਮਜ਼ਮੂਨ ਦੇ ਇੱਕ ਹਮੇਸ਼ਾ ਸਬਰ ਹੁੰਦਾ ਵਾ, ਅੱਲਾਹ ਪਾਕ ਸਾਥ ਦੇਣ ਵਾਲਾ ਮਜ਼ਲੂਮ ਦਾ। ਅਗਰ ਕੋਈ ਵੀ ਨਾਰਾਜ਼, ਅੱਲਾਹ ਪਾਕ ਤਾਂ ਫਿਰ ਹੈ ਹੀ ਨਹੀਂ, ਅੱਲਾਹ ਪਾਕ ਇਨਸਾਫ ਕਰਨ ਵਾਲਾ ਬਿਹਤਰ। ਕੱਲ੍ਹ ਨੂੰ ਅਲਹਮਦੁਲਿਲਾ ਹਰ ਕਿਸੇ ਨੇ ਆਪਣਾ ਆਪਣਾ ਜਵਾਬ ਦੇਣਾ। ਕੱਲ੍ਹ ਨੂੰ ਇਹ ਵੀ ਪੁੱਛਦਾ ਸੀ ਨਾ, ਕੋਈ ਹੋਣੀ ਸਾਡੇ ਕੋਲ ਵੀ ਹੋਣੀ। ਅੱਜ ਅਸੀਂ ਇਨਸ਼ਾਅੱਲਾ ਇਸਲਾਮ ਦੇ ਨਾਲ ਖੜੇ ਹਾਂ। ਜਿਹੜਾ ਬੰਦਾ ਇਸਲਾਮ ਦੇ ਨਾਲ ਖੜਤਾ ਸੀ ਉਹਦੇ ਪਿੱਛੇ, ਉਹ ਤੋਂ ਅੱਗੇ ਬਲਕਿ ਹੋਵਾਂਗੇ, ਉਹਨੂੰ ਪਿੱਛੇ ਕਰ ਗਏ ਜਿਹੜਾ ਬੰਦਾ ਇਸਲਾਮ ਦੀ ਗੱਲ ਕਰੇਗਾ। ਚਲੋ ਜੀ, ਬਾਕੀ ਅੱਲਾਹ ਪਾਕ ਜੀ ਇਸਲਾਮ ਦੀ ਹਿਫਾਜ਼ਤ ਫਰਮਾਏ ਤੇ ਮੁਲਕ ਪਾਕਿਸਤਾਨ ਦੀ ਹਿਫਾਜ਼ਤ ਫਰਮਾਏ। ਬਕਾਇਆ ਚਾਹੇ ਉਹ ਸ਼ਬਾਜ਼ ਸ਼ਰੀਫ ਹੈ, ਚਾਹੇ ਨਵਾਜ਼ ਸ਼ਰੀਫ ਹੈ, ਚਾਹੇ ਉਹ ਵਜ਼ੀਰ ਆਲਾ CM ਪੰਜਾਬ ਆ, ਉਸ ਤੋਂ ਬਾਅਦ ਚਾਹੇ ਇਮਰਾਨ ਖਾਨ, ਜਿਹੜਾ ਬੰਦਾ ਇਸਲਾਮ ਦੀ ਗੱਲ ਕਰੇਗਾ ਅਸੀਂ ਉਹ ਤੋਂ ਅੱਗੇ ਖੜੋਤੇ ਹਾਂ, ਉਹ ਪਿੱਛੇ ਹੋਏਗਾ ਸਾਡੇ।